ਗੁੱਡ ਮਾਰਨਿੰਗ ਸਟੂਡੈਂਟਸ। ਰਜੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਕਨੋਮਿਕਸ ਦਾ ਸੋਲਿਊਸ਼ਨ ਜਿਹੜਾ ਉਹ ਆਪਾਂ ਡਿਸਕਸ ਕਰਾਂਗੇ। ਚਲੋ ਜਲਦੀ ਨਾਲ ਆਪਾਂ ਉਹ ਸਟਾਰਟ ਕਰਦੇ ਹਾਂ। ਤੁਹਾਨੂੰ ਮੈਂ ਮੋਡਲ ਟੈਸਟ ਪੇਪਰ ਨੰਬਰ 1 ਭੇਜਿਆ ਸੀ ਬੇਟਾ, ਉਹਦੇ ਵਿੱਚ ਆਪਾਂ ਦੇਖਦੇ ਹਾਂ 1 ਬਾਏ 1 ਵੀ ਕਿਵੇਂ ਆਪਾਂ ਨੇ ਆਨਸਰਸ ਜਿਹੜੇ ਆਏ ਨੇ, ਅਤੇ ਮੈਨੂੰ ਕਮੈਂਟ ਕਰਕੇ ਬਾਅਦ 'ਚ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਆਨਸਰ ਸਹੀ ਰਹੇ ਨੇ। ਠੀਕ ਹੈ ਬੇਟਾ ਜੀ। ਪਹਿਲਾ ਕੁਐਸਚਨ ਸੀਗਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਕਲਾਸੀਕਲ ਇਕੋਨਮਿਸਟ। ਠੀਕ ਹੈ, ਕਲਾਸੀਕਲ ਇਕੋਨਮਿਸਟ ਕੌਣ ਨਹੀਂ ਸੀਗਾ ਬੇਟਾ? ਕੇਨੀਜ਼ਨ। ਕਿਉਂਕਿ ਕੇਨੀਜ਼ਨ ਜਿਹੜਾ ਗਾ ਉਹਨੇ ਕਲਾਸੀਕਲ ਪੁਆਇੰਟ ਆਫ ਵਿਊ ਨਾਲ ਵਿਚਾਰ ਨਹੀਂ ਪੇਸ਼ ਕੀਤੇ, ਉਹਨੇ ਅੱਜ ਦੀ ਇਕੋਨਮੀ ਮਾਡਰਨ ਦੀ ਇਕੋਨਮੀ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ ਨੇ, ਤਾਂ ਕਰਕੇ ਇਹਦਾ ਆਨਸਰ ਆਏਗਾ ਕੇਨਜ਼। ਸੈਕਿੰਡ ਕੁਐਸਚਨ ਸੀਗਾ ਦ ਗੁਡਸ ਵਿਚ ਸੈਟਿਸਫਾਈ ਦ ਹਿਊਮਨ ਵਾਂਟ ਡਾਇਰੈਕਟਲੀ ਆਰ ਨੋਨ। ਵੀ ਜਿਹੜੀਆਂ ਗੁਡਸ ਹਿਊਮਨ ਵਾਂਟਸ ਨੂੰ ਸੈਟਿਸਫਾਈ ਕਰਦੀਆਂ ਨੇ ਉਹਨਾਂ ਗੁਡਸ ਨੂੰ ਕੀ ਬੋਲਦੇ ਆ ਬੇਟਾ? ਕੰਜ਼ਿਊਮਰ ਗੁਡਸ। ਠੀਕ ਹੈ, ਜਿਵੇਂ ਸ਼ੂਗਰ, ਮਿਲਕ ਜਿਹੜਾ ਆਪਾਂ ਡੇਲੀ ਯੂਜ਼ ਕਰਦੇ ਹਾਂ, ਜਿਹੜੀ ਆਪਣੀਆਂ ਲੋੜਾਂ ਨੂੰ ਪੂਰਾ ਕਰਦੇ ਆ, ਉਹ ਵਾਲੀਆਂ ਗੁਡਸ ਨੂੰ ਕੰਜ਼ਿਊਮਰ ਗੁਡਸ ਕਹਿੰਦੇ ਨੇ। ਥਰਡ ਕੁਐਸਚਨ ਸੀਗਾ ਕਿ ਹਾਊ ਇਜ਼ ਫਲੋ ਆਫ ਫੈਕਟਰ ਸਰਵਿਸ ਫਰੋਮ ਹਾਊਸ ਹੋਲਡ ਸੈਕਟਰ ਟੂ ਪ੍ਰੋਡਿਊਸਰ ਸੈਕਟਰ ਐਸ। ਜਿਹੜੀਆਂ ਫੈਕਟਰ ਸਰਵਿਸਿਸ ਆ, ਜਿਵੇਂ ਫੈਕਟਰ ਸਰਵਿਸਿਸ ਜਿਹੜਾ ਘਰੇਲੂ ਖੇਤਰ ਪ੍ਰੋਡਿਊਸਰ ਨੂੰ ਦਿੰਦਾ ਹੈ, ਜਿਵੇਂ ਕੀ ਦਿੰਦਾ ਬੇਟਾ? ਲੈਂਡ ਹੈ ਨਾ, ਲੇਬਰ, ਕੈਪੀਟਲ ਅਤੇ ਐਂਟਰਪ੍ਰੇਨਿਓਰਸ। ਠੀਕ ਹੈ, ਇਹ ਹਾਊਸ ਹੋਲਡ ਸੈਕਟਰ ਪ੍ਰੋਡਿਊਸਰ ਨੂੰ ਦਿੰਦਾ ਅਤੇ ਇਹਨਾਂ ਨੂੰ ਆਪਾਂ ਕੀ ਨਾਮ ਦੇਵਾਂਗੇ? ਰੀਅਲ ਫਲੋ। ਠੀਕ ਹੈ ਜੀ, ਇਹਦਾ ਦੂਜਾ ਨਾਮ ਕੀ ਹੈ ਜੀ? ਰੀਅਲ ਫਲੋ। ਨੈਕਸਟ ਕੁਐਸਚਨ ਆਉਂਦਾ ਬੇਟਾ ਜੀ, ਵਿਚ ਆਫ ਦ ਫੋਲੋਇੰਗ ਇਜ਼ ਅ ਸੋਰਸ ਆਫ ਮਨੀ ਸਪਲਾਈ। ਮਨੀ ਸਪਲਾਈ ਦੇ ਬੇਟਾ ਦੋਨੋਂ ਰਿਸੋਰਸ ਨੇ, ਨੋਟ ਇਸ਼ੂ ਕਰਨਾ। ਸੋਰਸ ਆਫ ਮਨੀ ਸਪਲਾਈ ਦਾ ਆਨਸਰ ਬੇਟਾ ਹੈਗਾ ਮਤਲਬ ਕਿ ਆਏਗਾ ਨੋਟ ਬੇਟਾ ਇਸ਼ੂ ਬਾਈ ਕ੍ਰੈਡਿਟ ਸੈਂਟਰਲ ਕ੍ਰੀਏਸ਼ਨ। ਬੈਂਕ ਤੇ ਠੀਕ ਹੈ ਕ੍ਰੈਡਿਟ ਜੀ, ਕ੍ਰੀਏਸ਼ਨ ਮੀਨਸ ਇਹਦਾ ਆਨਸਰ ਹੈਗਾ ਬੋਥ ਆਫ ਦੀਜ਼। ਕ੍ਰੈਡਿਟ ਕ੍ਰੀਏਸ਼ਨ। ਨੈਕਸਟ ਬੇਟਾ ਫਿਫਥ ਕੁਐਸਚਨ ਹੈਗਾ ਕਿ ਕੀ ਆਬਜੈਕਟਿਵ ਆਫ ਕਮਰਸ਼ੀਅਲ ਬੈਂਕ ਇਜ਼। ਕਮਰਸ਼ੀਅਲ ਬੈਂਕ ਦਾ ਕੀ ਆਬਜੈਕਟਿਵ ਹੁੰਦਾ ਬੇਟ? ਪ੍ਰੋਫਿਟ ਨੂੰ ਅਰਨ ਕਰਨਾ। ਠੀਕ ਹੈ, ਨੈਕਸਟ ਟੋਪਿਕ ਹੈਗਾ ਬੇਟਾ ਤੁਹਾਡਾ ਕਿ ਵਟ ਇਜ਼ ਟਰੂ ਅਬਾਊਟ MPC। MPC ਵਿੱਚ ਕੀ ਚੀਜ਼ ਜਿਹੜੀ ਹੈ ਉਹ ਸਹੀ ਹੈਗੀ ਹੈ ਕਿ ਉਹ ਪੋਜ਼ਿਟਿਵ ਹੈ। ਆਨਸਰ ਕੀ ਆਏਗਾ? ਇਟ ਇਜ਼ ਅ ਪੋਜ਼ਿਟਿਵ, ਆਲਵੇਜ਼ ਪੋਜ਼ਿਟਿਵ। ਠੀਕ ਹੈ, ਨੈਕਸਟ ਕੁਐਸਚਨ ਹੈ ਪ੍ਰੋਬਲਮ ਆਫ ਐਕਸੈਸ ਡਿਮਾਂਡ ਗਿਵਸ ਬਰਥ ਟੂ ਵਿਚ ਅਦਰ ਪ੍ਰੋਬਲਮ। ਐਕਸੈਸ ਡਿਮਾਂਡ ਜਿਹੜੀ ਹੈ ਉਹ ਕਿਹੜੀ ਪ੍ਰੋਬਲਮ ਨੂੰ ਬਰਥ ਦਿੰਦੀ ਹੈ ਬੇਟਾ? ਇਨਫਲੇਸ਼ਨਰੀ ਗੈਪ ਨੂੰ। ਠੀਕ ਹੈ, ਨੈਕਸਟ ਹੈ ਦ ਪ੍ਰੋਬਲਮ ਆਫ ਡੈਫੀਸ਼ੀਟ ਡਿਮਾਂਡ ਐਂਡ ਐਕਸੈਸ ਡਿਮਾਂਡ ਕੈਨ ਬੀ ਕਰੈਕਟਡ ਵਿਦ ਮੋਨੇਟਰੀ ਔਰ ਫਿਜ਼ੀਕਲ। ਦੋਨਾਂ ਦੇ ਨਾਲ ਆਪਾਂ ਨੂੰ ਠੀਕ ਕਰ ਸਕਦੇ ਹਾਂ, ਮੋਨੇਟਰੀ ਦੇ ਨਾਲ ਵੀ ਅਤੇ ਫਿਜ਼ੀਕਲ ਪੋਲਿਸੀਜ਼ ਦੇ ਨਾਲ ਵੀ। ਨੈਕਸਟ ਬੇਟਾ ਹੈ ਕਿ ਕੈਪੀਟਲ ਐਕਸਪੈਂਡੀਚਰ ਜਿਹੜਾ ਬੇਟਾ, ਕੈਪੀਟਲ ਐਕਸਪੈਂਡੀਚਰ ਕੀ ਹੈ? ਕ੍ਰੀਏਟ ਕੈਪੀਟਲ ਐਸੈਟਸ ਫॉर ਗਵਰਨਮੈਂਟ, ਰਿਡਿਊਸ ਲਾਇਬਿਲਿਟੀ ਆਫ ਦ ਗਵਰਨਮੈਂਟ। ਠੀਕ ਹੈ, ਉਸ ਤੋਂ ਨੈਕਸਟ ਆਪਸ਼ਨਸ ਹੈਗੀਆਂ ਨੇ ਬੋਥ ਆਫ ਦੀਜ਼ ਐਂਡ ਨਨ ਆਫ ਦੀਜ਼। ਦ ਆਨਸਰ ਇਜ਼ ਦ ਬੋਥ ਆਫ ਦੀਜ਼। ਨੈਕਸਟ ਕੁਐਸਚਨ ਹੈ ਕਿ ਜੇਕਰ MPC ਇਨਕਰੀਜ਼ ਹੁੰਦੀ ਹੈ ਤਾਂ K ਵੀ ਕੀ ਹੋਏਗੀ? ਦੇਖੋ ਬੇਟਾ MPC ਅਤੇ K, ਠੀਕ ਹੈ, ਦੋਨਾਂ ਦਾ ਪੋਜ਼ੀਟਿਵ ਰਿਲੇਸ਼ਨਸ਼ਿਪ ਹੁੰਦਾ ਹੈਗਾ। ਠੀਕ ਹੈ, ਜਿੱਦਾਂ ਦਾ ਪੋਜ਼ੀਟਿਵ ਰਿਲੇਸ਼ਨਸ਼ਿਪ ਹੈ, ਜੇ MPC ਇਨਕਰੀਜ਼ ਹੋ ਰਹੀ ਹੈ ਤਾਂ K ਵੀ ਕੀ ਹੋਏਗਾ? ਇਨਕਰੀਜ਼ ਹੋਏਗਾ। ਕਹਿੰਦੇ ਵਿਚ ਆਫ ਦ ਫੋਲੋਇੰਗ ਫੀਚਰ ਵਾਜ਼ ਪ੍ਰੈਜੈਂਟ ਇਨ ਦ ਇੰਡੀਅਨ ਇਕੋਨਮੀ ਅਟੇਨ ਇੰਡੀਪੈਂਡੈਂਸ। ਠੀਕ ਹੈ, ਮਤਲਬ ਕਿਹੜੇ ਕਿਹੜੇ ਫੀਚਰ ਸੀਗੇ? ਦੇਖੋ ਅੰਡਰ ਡਿਵੈਲਪ ਇਕੋਨਮੀ ਵੀ ਸੀਗੀ ਉਸ ਸਮੇਂ ਆਜ਼ਾਦੀ ਦੇ ਕੋਲ। ਠੀਕ ਹੈ, ਸਟੈਗਨੇਟ ਇਕੋਨਮੀ ਵੀ ਸੀਗੀ, ਸੈਮੀ ਸ਼ੈਡਿਊਲ ਵੀ ਸੀਗੀ। ਇਟ ਮੀਨਸ ਇਹਦਾ ਆਨਸਰ ਕੀ ਆਏਗਾ ਜੀ? ਆਲ ਆਫ ਅਬਵ। ਨੈਕਸਟ ਬੇਟਾ ਹੈਗਾ ਵਿਚ ਇੰਸਟੀਟਿਊਸ਼ਨ ਵਾਜ਼ ਰੀਪਲੇਸਡ ਵਿਦ ਹੈਰਸਟਵਾਈਲ ਪਲੈਨਿੰਗ ਕਮਿਸ਼ਨ ਆਫ ਇੰਡੀਆ, ਦੈਟ ਇਜ਼ ਨੀਤੀ ਆਯੋਗ। ਠੀਕ ਹੈ, ਨੀਤੀ ਆਯੋਗ ਨੂੰ ਦਾ ਨਾਮ ਰੱਖਿਆ ਗਿਆ ਹੈਗਾ। ਨੈਕਸਟ ਵਿਚ ਆਫ ਦ ਫੋਲੋਇੰਗ ਇਜ਼ ਅ ਕਾਜ਼ ਆਫ ਬੈਕਵਰਡਨੈਸ ਆਫ ਇੰਡੀਅਨ ਐਗਰੀਕਲਚਰ। ਇੰਡੀਆ ਦੀ ਜਿਹੜੀ ਐਗਰੀਕਲਚਰ ਆ ਪਛੜੀ ਹੋਈ ਕਿਉਂ ਹੈ? ਇੱਕ ਤਾਂ ਇਰੀਗੇਸ਼ਨ ਦੀ ਫੈਸਿਲਿਟੀਜ਼ ਘੱਟ ਨੇ, ਕ੍ਰੈਡਿਟ ਫੈਸਿਲਿਟੀਜ਼ ਘੱਟ ਨੇ, ਅਤੇ ਆਪਣੇ ਜਿਹੜਾ ਖੇਤਾਂ ਦਾ ਆਕਾਰ ਉਹ ਛੋਟਾ ਹੈ। ਇਟ ਮੀਨਸ ਕਿ ਆਪਣਾ ਆਨਸਰ ਆਏਗਾ ਆਲ ਆਫ ਦੀਜ਼। ਠੀਕ ਹੈ ਜੀ, ਹਾਊ ਮੈਨੀ ਇੰਡਸਟਰੀਜ਼ ਆਰ ਸਟਿਲ ਕਵਰਡ ਅੰਡਰ ਕੰਪਲਸਰੀ ਲਾਇਸੈਂਸ ਸਿਸਟਮ। ਕਿੰਨੀਆਂ ਇੰਡਸਟਰੀਜ਼ ਨੂੰ ਹਜੇ ਲਾਇਸੈਂਸ ਲੈਣ ਦੀ ਲੋੜ ਪੈਂਦੀ ਹੈ ਬੇਟਾ? 5। ਠੀਕ ਹੈ, 5 ਇੰਡਸਟਰੀਜ਼ ਆ ਜਿਨ੍ਹਾਂ ਨੂੰ ਲਾਇਸੈਂਸ ਲੈਣ ਦੀ ਲੋੜ ਪੈਂਦੀ ਹੈ। ਨੈਕਸਟ ਬੇਟਾ ਹੈਗਾ ਇਕਨੋਮਿਕ ਰਿਫੋਰਮਸ ਡਨ ਇਨ ਇੰਡੀਆ। ਜਿਹੜੀ ਇਕਨੋਮਿਕ ਰਿਫੋਰਮ ਇੰਡੀਆ ਦੇ ਵਿੱਚ ਹੋਈ ਆ ਉਹਦੀ ਕੈਟਾਗਰੀਜ਼ ਕਿੰਨੀਆਂ ਨੇ? ਠੀਕ ਹੈ, 2 ਹੀ ਨੇ ਬੇਸਿਕਲੀ ਰਾਜੇ, ਮਾਈਕਰੋ ਇਕਨੋਮਿਕ ਐਂਡ ਸਟਰਕਚਰਲ ਰਿਫੋਰਮਸ। ਆਨਸਰ ਇਜ਼ ਦ ਬੋਥ ਆਫ
A and B। नैक्सट है द पीपल हू नैवर मूव आउट द स्टेट ऑफ पॉवर्टी, भी ਜਿਹੜੇ ਲੋਕ ਗਰੀਬੀ ਤੋਂ ਬਾਹਰ ਨਹੀਂ ਆਉਂਦੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਕਰੋਨਿਕ ਪੂਅਰ। ਠੀਕ ਹੈ। ਵਿਚ ਆਫ ਦ ਫੋਲੋਇੰਗ ਇਜ਼ ਅ ਡਿਟਰਮੀਨੈਂਟ ਆਫ ਹਿਊਮਨ ਕੈਪੀਟਲ, ਹਿਊਮਨ ਕੈਪੀਟਲ ਦਾ ਕਿਹੜਾ ਡਿਟਰਮਿਨ ਹੈਗਾ ਬੇਟਾ, ਆਲ ਆਫ ਦੀਜ਼। ਉਸ ਤੋਂ ਬਾਅਦ ਆਉਂਦਾ ਹੈ ਕਿ ਵਿਚ ਟਾਈਪ ਆਫ ਫੋਲੋਇੰਗ ਇਜ਼ ਅਨਇੰਪਲੋਇਮੈਂਟ ਇਨ ਇੰਡੀਆ ਫਾਊਂਡ, ਇੰਡੀਆ ਦੇ ਵਿੱਚ ਬੇਟਾ ਤਿੰਨੋਂ ਹੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ, ਸੀਜ਼ਨਲ ਵੀ ਪਾਈ ਜਾਂਦੀ ਹੈ, ਡਿਸਗਾਈਜ਼ਡ ਵੀ ਪਾਈ ਜਾਂਦੀ ਹੈ, ਐਜੂਕੇਟਡ, ਯਾਨੀ ਕਿ ਆਂਸਰ ਇਜ਼ ਦਾ ਆਲ ਆਫ ਦੀਜ਼। ਵੈਨ ਵਾਜ਼ ਦਾ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਪਾਸਡ, ਠੀਕ ਹੈ, ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਕਦੋਂ ਪਾਸ ਕੀਤਾ ਗਿਆ ਸੀ ਬੇਟਾ, 1987 ਦੇ ਵਿੱਚ। ਠੀਕ ਹੈ। ਲਾਸਟ ਕੁਐਸਚਨ ਤੁਹਾਡਾ ਰਹਿ ਗਿਆ MCQ ਦਾ, ਪ੍ਰਾਈਸ ਤੇ ਡਿਮਾਂਡ ਦੇ ਵਿਚਕਾਰ ਕਿਹੜਾ ਰਿਲੇਸ਼ਨ ਪਾਇਆ ਜਾਂਦਾ ਹੈ। ਜੇਕਰ ਪ੍ਰਾਈਸ ਤੁਸੀਂ ਦੇਖ ਰਹੇ ਹੋ ਪ੍ਰਾਈਸ ਵੱਧਦਾ ਹੈ ਤਾਂ ਆਪਣੀ ਡਿਮਾਂਡ ਜਿਹੜੀ ਆ ਉਹ ਘਟਣ ਲੱਗ ਜਾਂਦੀ ਹੈ। ਠੀਕ ਹੈ। ਜੇਕਰ ਪ੍ਰਾਈਸ ਘਟਦਾ ਹੈ ਤਾਂ ਡਿਮਾਂਡ ਆਪਣੀ ਵੱਧ ਜਾਂਦੀ ਹੈ, ਮੀਨਸ ਨੈਗੇਟਿਵ ਰਿਲੇਸ਼ਨ, ਸੀ ਇਜ਼ ਦਾ ਆਂਸਰ। ਠੀਕ ਹੈ ਜੀ। ਨੈਕਸਟ ਆਪਾਂ ਚੱਲਦੇ ਹਾਂ ਬੇਟਾ ਟਰੂ ਐਂਡ ਫॉल्स ਵੱਲ। ਠੀਕ ਹੈ, ਕਿ ਆਪਣੀ ਕਿਹੜੀ ਕਿਹੜੀ ਸਟੇਟਮੈਂਟ ਟਰੂ ਹੈ, ਕਿਹੜੀ ਫॉल्स ਹੈ। ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਵੇਂ ਹੈਗਾ ਜੀ ਆਪਣੇ ਕੋਲ ਕਿ ਨੈਸ਼ਨਲ ਇਨਕਮ ਇਜ਼ ਅ ਫਲੋ, ਯੈਸ ਇਟ ਇਜ਼ ਟਰੂ। ਠੀਕ ਹੈ। Second, payment in kind are not included in compensation, that is false। compensation ਵਿੱਚ ਸਿਰਫ salaries, wages, PF ਆਉਂਦਾ ਬੇਟਾ। ਠੀਕ ਹੈ। ਇਹ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਵੀ ਆਪਾਂ EMPLOYEES ਨੂੰ ਉਹਨਾਂ ਦੇ ਕੰਮ ਕਰਨ ਦੇ ਬਦਲੇ ਆਪਾਂ ਦਿੰਦੇ ਹਾਂ। ਠੀਕ ਹੈ। ਨੈਕਸਟ ਥਰਡ ਇਜ਼ ਦਾ ਹਾਂਜੀ ਐਕਸੈਸ ਡਿਮਾਂਡ ਨਾਲ ਇਨਫਲੇਸ਼ਨ ਤੇ ਓਵਰਫੁੱਲ ਇੰਪਲੋਇਮੈਂਟ ਹੁੰਦੀ ਹੈ, ਯੈਸ ਬੇਟਾ ਦਿਸ ਇਜ਼ ਆਲਸੋ ਟਰੂ। ਨੈਕਸਟ ਪੇਮੈਂਟ ਆਫ ਟੈਕਸ ਇਜ਼ ਲੀਗਲੀ ਕੰਪਲਸਰੀ, ਹਾਂਜੀ ਟੈਕਸ ਜਿਹੜਾ ਦੇਣਾ ਉਹ ਲੀਗਲ ਵੱਲੋਂ ਕੰਪਲਸਰੀ ਹੈਗਾ। Policy of the British resulted in the decay of cottage and small industries in India। ठीक है। फिफ्थ का ट्रू फॉल्स है, हाँ जी that is true। then आ गया green revolution refers to tremendous agriculture growth achieved in India after 60s, yes green revolution 60s तो बाद आई। poverty line is determined, हाँ जी capital assets with the people। ठीक है। poverty line ਜਿਹੜੀ ਹੈ ਨਹੀਂ ਬੇਟਾ ਇਹ ਹੈਗਾ false। ठीक है। SDG ਦੀ ਫੁੱਲ ਫਾਰਮ ਹੈਗੀ ਬੇਟਾ ਸਸਟੇਨੇਬਲ ਡਿਵੈਲਪਮੈਂਟ ਗੋਲ। ਠੀਕ ਹੈ। ਕੀ ਕਹਿੰਦੇ ਇਹਨੂੰ 2025 ਦੇ ਵਿੱਚ ਅਚੀਵ ਕਰਨ ਵਾਸਤੇ ਕਿਹਾ ਸੀ, ਨਹੀਂ ਬੇਟਾ 2025 ਨਹੀਂ 2030 ਆਏਗਾ ਇੱਥੇ। ਠੀਕ ਹੈ। ਇਸ ਕਰਕੇ ਇਹ ਸਟੇਟਮੈਂਟ ਵੀ ਕੀ ਹੈ, ਫਾਲਸ ਹੈ। ਕਾਰਲ ਪੀਅਰਸਨ ਦੇ ਅਕੋਰਡਿੰਗ ਕੋਰਿਲੇਸ਼ਨ ਦੀ ਜਿਹੜੀ ਵੈਲਿਊ 0 to 1 ਹੁੰਦੀ ਹੈ, ਕਾਰਲ ਪੀਅਰਸਨ ਦੇ ਅਕੋਰਡਿੰਗ ਨੋ ਇਟ ਇਜ਼ ਨੈਗੇਟਿਵ ਵੀ ਹੁੰਦੀ ਹੈ ਬੇਟਾ। ਐਂਡ ਲਾਸਟ ਇਜ਼ ਦਾ ਫਿਸ਼ਰਸ ਮੈਥਡ ਜਿਹੜਾ ਬੈਸਟ ਮੈਥਡ ਹੈ, ਹਾਂਜੀ ਡੈਟ ਇਜ਼ ਟਰੂ। ਠੀਕ ਹੈ ਬੇਟਾ। ਇਹ ਤੁਹਾਡੇ 1 ਮਾਰਕਸ ਦੇ ਕੁਐਸਚਨਸ ਹੋ ਗਏ। ਨੈਕਸਟ ਬੇਟਾ ਨੂਮੈਰੀਕਲ ਕੁਐਸਚਨਸ ਜਿਹੜੇ ਮੈਨੂੰ ਲੱਗਦਾ ਕਿ ਤੁਹਾਨੂੰ ਮੈਂ ਥੋੜ੍ਹੇ ਦੱਸਦਾ। ਤਾਂ ਨੂਮੈਰੀਕਲ ਕੁਐਸਚਨਸ ਦੇ ਵਿੱਚੋਂ ਬੇਟਾ ਜਿਵੇਂ ਸਭ ਤੋਂ ਪਹਿਲਾਂ ਹੈਗਾ ਤੁਹਾਡਾ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਦਿੱਤਾ ਹੋਇਆ ਤੁਹਾਨੂੰ। ਠੀਕ ਹੈ। ਨਾਲ ਤੁਹਾਨੂੰ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਦਿੱਤੀ ਹੋਈ ਹੈ। ਠੀਕ ਹੈ। ਡੈਪਰੀਸ਼ੀਏਸ਼ਨ ਦਿੱਤਾ ਹੋਇਆ ਹੈਗਾ 1820। ਤੁਸੀਂ ਪਤਾ ਕਰਨਾ ਹੈ ਨੈਸ਼ਨਲ ਇਨਕਮ। ਨੈਸ਼ਨਲ ਇਨਕਮ ਨੂੰ ਹੋਰ ਕੀ ਕਿਹਾ ਜਾਂਦਾ ਹੈਗਾ, ਤੁਹਾਨੂੰ ਮੈਂ ਦੱਸਿਆ ਹੀ ਸੀਗਾ ਬੇਟਾ। ਨੈਸ਼ਨਲ ਇਨਕਮ ਨੂੰ ਹੋਰ ਕਿਹਾ ਜਾਂਦਾ NNP ਐਟ FC। ਠੀਕ ਹੈ ਬੇਟਾ। NNP ਐਟ FC ਕਿਹਾ ਜਾਂਦਾ ਹੈਗਾ। ਹਾਂਜੀ ਬੇਟਾ ਇਹਦੇ ਵਿੱਚ ਦੇਖੋ ਆਪਾਂ ਨੈਸ਼ਨਲ ਇਨਕਮ ਫਾਈਂਡ ਕਰਨੀ ਹੈ। ਨੈਸ਼ਨਲ ਇਨਕਮ ਨੂੰ ਬੋਲਦੇ ਆ ਬੇਟਾ NNP ਐਟ FC। ਠੀਕ ਹੈ ਜੀ। NNP ਐਟ FC ਦੇ ਵਿੱਚ ਕੀ ਹੁੰਦਾ ਬੇਟਾ, NNP ਐਟ FC ਦੇ ਵਿੱਚ ਕੀ ਹੋਏਗਾ, ਦੇਖੋ ਨੈਟ ਤੋਂ ਗ੍ਰੋਸ ਹੈਗਾ ਆਪਣੇ ਕੋਲ। ਠੀਕ ਹੈ। ਗ੍ਰੋਸ ਵੈਲਿਊ ਇਜ਼ ਗਿਵਨ। ਠੀਕ ਹੈ। ਗ੍ਰੋਸ ਤੋਂ ਆਪਾਂ ਨੈਟ ਬਣਾਵਾਂਗੇ, ਡੈਪਰੀਸ਼ੀਏਸ਼ਨ ਬੇਟਾ ਮਾਈਨਸ ਹੋ ਜਾਏਗਾ। ਠੀਕ ਹੈ। ਇਹ ਮਾਈਨਸ ਹੋ ਜਾਏਗਾ ਅਤੇ ਇਹ ਵੀ ਨੈਸ਼ਨਲ ਹੈ, ਇਹ ਵੀ ਨੈਸ਼ਨਲ ਆ, ਯਾਨੀ ਕਿ ਆਪਾਂ ਨੂੰ NFYA ਦੀ ਲੋੜ ਨਹੀਂ ਪਏਗੀ। ਅਤੇ MP ਤੋਂ ਜੋ FC ਬਣਾਉਂਦੇ ਆਪਣੇ ਕੋਲ ਨੈਟ ਇੰਡਾਇਰੈਕਟ ਟੈਕਸ ਚਾਹੀਦੇ ਨੇ ਜਿਹੜੇ ਕਿ ਆਪਾਂ ਨੂੰ ਨਹੀਂ ਦਿੱਤੇ ਗਏ। ਠੀਕ ਹੈ। ਤਾਂ ਬੇਸਿਕਲੀ ਆਪਣਾ ਆਨਸਰ ਕਿੰਨਾ ਆਉਣਾ ਆ 31,000 ਦੇ ਵਿੱਚੋਂ ਬੇਟਾ 31,000 ਦੇ ਵਿੱਚੋਂ ਮਾਈਨਸ ਕਰ ਦੇਣਾ ਬੇਟਾ ਆਪਾਂ ਡੈਪਰੀਸ਼ੀਏਸ਼ਨ ਕਿੰਨਾ ਗਾ 1820। ਠੀਕ ਹੈ ਜੀ। ਅਤੇ ਆਪਣਾ ਜਿਹੜਾ ਆਨਸਰ ਆਉਣਾ ਗਾ ਬੇਟਾ ਉਹ ਆਉਣਾ ਹੈਗਾ ਗਾ ਇਹਨੂੰ ਮਾਈਨਸ ਕਰਕੇ ਆਨਸਰ ਆਉਣਾ ਬੇਟਾ ਤੁਹਾਡਾ 29180
29,180। ठीक है बेटा, ये थोड़ा नैशनल इनकम वाले सम का आंसर हैगा। ठीक है बेटा, उस तो बाद अगे आ जाओ बेटा। कहते इन एन इकोनमी इन्वेस्टमेंट इज़ इनक्रीज्ड बाय 600 करोड़, यानी कि चेंज इन आई आपां नूं गिवन है, सॉरी चेंज इन आई 600 गिवन है बेटा। ठीक है, MPC आपां नूं 0.6 गिवन है। तुसीं इहनूं किवें सॉल्व किया होगा बेटा, पहला के कढ़ लो, के 1/1 माइनस MPC का फॉर्मूला लगा के तुहाडे कोल बेटा के निकल आनी सीगी 2.5। ठीक है जी, जो 2.5 तुहाडे कोल आ गई सी, जो 2.5 आयागा बेटा, फिर तुसी फॉर्मूला दूजा लाना सी के दा, केड़ा लगाना सी चेंज इन वाई डिवाइडेड बाय चेंज इन आई। ठीक है, तो उस वेले थोड़ी जी चेंज इन वाई निकलनी सी बेटा, वो निकलनी सी 1500, यानी कि थोड़ी इनकम दे विच चेंज आया 1500। बट नाल ही उन्होंने कंजम्पशन एक्सपेंडिचर भी पूछा बेटा। कंजम्पशन एक्सपेंडिचर लई ज़्यादा तुसी इनकम दे विचों इन्वेस्टमेंट नूं माइनस कर दो। ठीक है, 600 भी आ जाएगा, ਜਾਂ ਤੁਸੀਂ MPC ਦਾ ਫਾਰਮੂਲਾ ਲਗਾ ਦਿਓ, ਕਿਹੜੇ ਵਾਲਾ ਚੇਂਜ ਇਨ C डिवाइडेड बाय चेंज इन Y। ठीक है जी, ਤਾਂ ਵੀ ਤੁਹਾਡਾ ਆਨਸਰ ਆ ਜਾਏਗਾ। ਨੈਕਸਟ ਬੇਟਾ ਕੁਐਸਚਨ ਹੈਗਾ ਤੁਹਾਡਾ ਆਹ ਵਾਲਾ ਕੋਰਿਲੇਸ਼ਨ ਵਾਲਾ। ਕੋਰਿਲੇਸ਼ਨ ਚ ਵਿੱਚ X ਦਿੱਤੀ ਹੋਈ ਸੀ ਤੁਹਾਨੂੰ, ਠੀਕ ਹੈ, Y ਦਿੱਤੀ ਹੋਈ ਸੀਗੀ, ਇੰਨਾ ਸਮ ਦਿੱਤਾ ਹੋਇਆ ਸੀਗਾ, ਆਪਾਂ ਟੋਟਲ ਕਰ ਲਿਆ, ਇੱਕ ਦਾ 42 ਬਣ ਰਿਹਾ X ਦਾ, Y ਦਾ ਬਣ ਰਿਹਾ 77। ਠੀਕ ਹੈ, ਫਿਰ ਆਪਾਂ ਅੱਗੇ ਕੱਢਣਾ ਜੇ ਇਹਦਾ ਮੀਨ। ठीक है, मीन किमें कढ़ते होंगे बेटा, थोनू पता ही है, मीन सिग्मा X/N, यानी कि 72 डिवाइडेड बाय 7, 77 डिवाइडेड बाय 7, इनू डिवाइड किया 6 आ गया, इनू डिवाइड किया 11 हो गया। ठीक है, हुण आपां वड्डी X दे विचों 6 नू माइनस करके छोटी X निकालांगे। ठीक है, तो वड्डी Y दे विचों 11 माइनस करके छोटी Y निकालांगे। आप मीन कढ़िया सी ना। ठीक है, जिन्होंने आंदा होएगा समझ गए होंगे बेटा, करिया भी होगा। तो अपने कोल छोटी X छोटी Y आ गई, फिर आप इन्हां दी इहदी स्केयरिंग करती, आ Y दी स्केयरिंग करती, फिर दोनों नू आपस च मल्टीप्लाई करके लास्ट वाला कॉलम बनाता। ठीक है, हुण आप लास्ट वाले 3 कॉलम्स प्लस करते हुंदे आ। ठीक है, लास्ट वाले 3 कॉलम्स नू प्लस करन तो बाद आपां नैक्सट कोरिलेशन दा आपां फॉर्मूला जिहड़ा है वो अप्लाई करांगे बेटा। कोरिलेशन दा फॉर्मूला की हुंदा बेटा, तुहानूं पता ही है, सिग्मा XY डिवाइडेड बाय स्केयर रूट सिग्मा X स्केयर स्केयर रूट सिग्मा Y स्केयर, यानी कि हुण अपने कोल आया सी 58 आएगा बेटा। ठीक है, डिवाइडेड बाय 58 रूट 28 सॉरी इंटू रूट 130। ठीक है, इनू सब नू सॉल्व करके थोड़ा आंसर आएगा बेटा 0.96 अप्रॉक्स। ठीक है, कोरिलेशन का आंसर बेटा इन्ना आएगा। होप सो रजे थोड़े काफ़ी क्वेश्चंस के आंसर जिहड़े सही होणगे, मैनू कमेंट करके जरूर दसना भी थोड़े किन्ने आंसर्स सही ने। ओके बेटा, थैंक यू जी।